ਹੈਲੋ ਸਟੂਡੈਂਟਸ, ਅੱਜ ਆਪਾਂ ਵੇਵ ਆਪਟਿਕਸ ਸਟਾਰਟ ਕਰਨੀ ਹੈ। ਆਪਟਿਕਸ ਨੂੰ ਅਸੀਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਇੱਕ ਹੈ ਰੇ ਆਪਟਿਕਸ ਤੇ ਇੱਕ ਹੈ ਵੇਵ ਆਪਟਿਕਸ। ਕਿਉਂਕਿ ਲਾਈਟ ਆਪਟਿਕਸ ਕੀ ਹੈ? ਬ੍ਰਾਂਚ ਆਫ ਫਿਜ਼ਿਕਸ ਦੈਟ ਡੀਲਸ ਵਿਦ ਦ ਫਿਨੋਮੀਨਾਜ਼ ਐਸੋਸੀਏਟਿਡ ਵਿਦ ਲਾਈਟ। ਸੋ ਕਿਉਂਕਿ ਹੁਣ ਲਾਈਟ ਵੀ ਜਿਹੜਾ ਹੈ ਡਬਲ ਨੇਚਰ ਸ਼ੋ ਕਰਦੀ ਹੈ। ਸਮਟਾਈਮਜ਼ ਇਟ ਬਿਹੇਵਸ ਐਜ਼ ਅ ਪਾਰਟੀਕਲ ਐਂਡ ਸਮਟਾਈਮਜ਼ ਇਟ ਬਿਹੇਵਸ ਐਜ਼ ਅ ਵੇਵ। ਸੋ ਉਸ ਡੂਅਲ ਨੇਚਰ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਆਪਟਿਕਸ ਨੂੰ ਦੋ ਪਾਰਟਸ ਵਿੱਚ ਡਿਵਾਈਡ ਕਰਦੇ ਹਾਂ। ਇੱਕ ਹੈ ਰੇ ਆਪਟਿਕਸ ਤੇ ਇੱਕ ਹੈ ਵੇਵ ਆਪਟਿਕਸ। ਸੋ ਲਾਈਟ ਦੇ ਕੁਝ ਫਿਨੋਮੀਨਾਜ਼ ਨੂੰ ਅਸੀਂ ਰੇ ਆਪਟਿਕਸ ਨਾਲ ਐਕਸਪਲੇਨ ਕਰਦੇ ਹਾਂ, ਜਿਵੇਂ ਕਿ ਰਿਫਲੈਕਸ਼ਨ ਹੋ ਗਈ, ਰੀਫਰੈਕਸ਼ਨ ਹੋ ਗਈ, ਡਿਸਪਰਸ਼ਨ ਆਫ ਲਾਈਟ ਹੋ ਗਈ। ਅਤੇ ਕੁਝ ਫਿਨੋਮੀਨਾਜ਼ ਨੇ ਜਿਹੜੇ ਵੇਵ ਨੇਚਰ ਦੇ ਨਾਲ ਐਕਸਪਲੇਨ ਹੁੰਦੇ ਨੇ, ਲਾਈਕ ਇੰਟਰਫੇਰੈਂਸ ਹੋ ਗਈ, ਠੀਕ, ਪੋਲਰਾਈਜੇਸ਼ਨ ਹੋ ਗਈ। ਸੋ ਜਾਂ ਫਿਰ ਤੁਸੀਂ ਕਹਿ ਲਓ ਡਿਫਰੈਕਸ਼ਨ ਹੋ ਗਈ, ਪੋਲਰਾਈਜੇਸ਼ਨ, ਡਾਈਫਰੈਕਸ਼ਨ ਐਂਡ ਇੰਟਰਫੇਰੈਂਸ ਤਾਂ ਆਪਾਂ ਹੁਣੇ ਸਟੱਡੀ ਕਰਨਾ। ਸੋ ਇਹ ਵਾਲੇ ਫਿਨੋਮੀਨਾਜ਼ ਨੂੰ ਅਸੀਂ ਜਿਹੜਾ ਹੈ ਵੇਵ ਆਪਟਿਕਸ ਦੇ ਵਿੱਚ ਡਿਸਕਰਾਈਬ ਕਰਦੇ ਹਾਂ। ਸੋ ਅਕੋਰਡਿੰਗ ਟੂ ਵੇਵ ਥਿਊਰੀ ਆਫ ਲਾਈਟ, light is a form of energy which travels through medium in the form of transverse wave motion. Speed of light in medium depends upon nature of medium. Next point है कि wave front की ਹੁੰਦਾ है? Wave front is defined as continuous locus of all the particles in a medium which are vibrating in same phase. ਹੁਣ ਇਸ ਨੂੰ ਸਮਝਣ ਵਾਸਤੇ ਅਸੀਂ ਜਿਹੜਾ ਹੈ ਇੱਕ ਐਗਜ਼ਾਮਪਲ ਕੰਸੀਡਰ ਕਰ ਰਹੇ ਹਾਂ ਕਿ ਮੰਨ ਲਓ ਕਿ ਇੱਥੇ ਇੱਕ ਪੌਂਡ ਹੈ, ਠੀਕ, ਉਸ ਦੇ ਵਿੱਚ ਪਾਣੀ ਹੈ ਖੜਾ ਹੋਇਆ। ਆਪਾਂ ਕਿਸੇ ਵੀ ਇੱਕ ਪੁਆਇੰਟ 'ਤੇ ਜਾ ਕੇ ਜਿਹੜਾ ਹੈ ਕਿਤੇ ਵੀ ਪੌਂਡ ਦੇ ਵਿੱਚ ਕਿਤੇ ਵੀ ਅਸੀਂ ਜਿਹੜਾ ਹੈ ਸਟੋਨ ਥਰੋ ਕਰਦੇ ਹਾਂ। ਤਾਂ ਇੱਥੇ ਡਾਇਗਰਾਮ ਦੇ ਵਿੱਚ ਤੁਸੀਂ ਰੈੱਡ ਕਲਰ ਦੇ ਨਾਲ ਜਿਹੜਾ ਸਰਕਲ ਸ਼ੋ ਕੀਤਾ ਹੈ ਉਸਨੂੰ ਦੇਖ ਸਕਦੇ ਹੋ। ਸੋਰਸ ਆਫ ਡਿਸਟਰਬੈਂਸ ਜਿਹੜਾ ਕਿ ਮੈਂ ਇੱਥੇ ਲਿਆ ਸਟੋਨ, ਕਿ ਮੈਂ ਇੱਕ ਖੜੇ ਹੋਏ ਪਾਣੀ ਦੇ ਵਿੱਚ ਪੱਥਰ ਸੁੱਟਿਆ ਤਾਂ ਇੱਕਦਮ ਜਿਹੜੀਆਂ ਵਾਈਬ੍ਰੇਸ਼ਨਸ ਨੇ ਸਟਾਰਟ ਹੋ ਜਾਣਗੀਆਂ। ਹੁਣ ਜਿਹੜੇ ਪਾਰਟੀਕਲਸ ਨੇ ਉਹ ਵਾਈਬਰੇਟ ਕਰਨਾ ਸ਼ੁਰੂ ਕਰ ਦੇਣਗੇ। ਵਾਈਬਰੇਟ ਕਿਸ ਤਰ੍ਹਾਂ ਕਰਨਗੇ ਕਿ ਜਿਹੜਾ ਸਟੋਨ ਹੈ ਉਹ ਆਪਣੀ એનર્ਜੀ ਜਿਹੜਾ ਹੈ ਪਾਰਟੀਕਲਸ ਨੂੰ ਦੇਗਾ ਅਤੇ ਪਾਰਟੀਕਲਸ ਜਿਹੜੇ ਆ ਉਹ ਉੱਪਰ ਨੀਚੇ ਜਿਹੜਾ ਹੈ ਮੂਵ ਕਰਨਾ ਸ਼ੁਰੂ ਕਰ ਦੇਣਗੇ। ਵਾਈਬ੍ਰੇਸ਼ਨਸ ਜਿਹੜੀਆਂ ਨੇ ਅਬਾਊਟ ਦਾ ਮੀਨ ਪੋਜੀਸ਼ਨ ਪਾਰਟੀਕਲ ਦੀਆਂ ਸਟਾਰਟ ਹੋ ਜਾਣਗੀਆਂ ਅਤੇ ਇਸ ਤਰ੍ਹਾਂ ਜਿਹੜੀਆਂ ਨੇ ਵੇਵਜ਼ ਉਹ ਪ੍ਰੋਡਿਊਸ ਹੋਣਗੀਆਂ। ਹੁਣ ਅਸੀਂ ਮੰਨ ਕੇ ਚੱਲਦੇ ਹਾਂ ਕਿ ਜਿਹੜੀਆਂ ਵੇਵਜ਼ ਨੇ ਉਹ ਕੰਸੈਂਟਰਿਕ ਸਰਕਲ ਦੀ ਫੋਰਮ ਦੇ ਵਿੱਚ ਜਿਹੜੀਆਂ ਨੇ ਅੱਗੇ ਅੱਗੇ ਉਹ ਵੱਧ ਰਹੀਆਂ ਨੇ। ਅਤੇ ਇੱਥੇ ਡਾਇਗਰਾਮ ਦੇ ਵਿੱਚ ਮੈਂ ਉਸਨੂੰ ਬਲੈਕ ਕਲਰ ਦੇ ਨਾਲ ਸ਼ੋਅ ਕੀਤਾ ਹੈ, ਸਰਕੂਲਰ ਵੇਵ ਫਰੰਟ। ਮੰਨ ਲਓ ਅਸੀਂ ਇਹਦੇ ਵਿੱਚੋਂ ਕੋਈ ਵੀ ਇੱਕ ਜਿਹੜਾ ਹੈ ਕੰਸੈਂਟਰਿਕ ਸਰਕਲ ਅਸੀਂ ਕੰਸੀਡਰ ਕਰ ਲੈਣਾ, ਕੋਈ ਵੀ ਕੰਸੈਂਟਰਿਕ ਸਰਕਲ ਕੰਸੀਡਰ ਕਰ ਲਓ। ਤਾਂ ਇਸ ਦੇ ਵਿੱਚ ਉਸ ਪਰਟੀਕੂਲਰ ਕੰਸੈਂਟਰਿਕ ਸਰਕਲ ਦੇ ਉੱਪਰ ਜਿੰਨੇ ਵੀ ਪਾਰਟੀਕਲਸ ਹੋਣਗੇ ਉਹ ਸਾਰੇ ਸੇਮ ਫੇਸ ਦੇ ਵਿੱਚ ਵਾਈਬਰੇਟ ਕਰਨਗੇ ਅਤੇ ਉਹਨਾਂ ਦਾ ਡਿਸਟੈਂਸ ਇਸ ਸੈਂਟਰ ਤੋਂ ਕੀ ਹੋਊਗਾ? ਸੇਮ ਹੋਏਗਾ, ਰਾਈਟ। ਸੋ ਉਸ ਪਰਟੀਕੂਲਰ ਸਰਕਲ ਦੇ ਉੱਪਰ ਜਿਹੜੇ ਪਾਰਟੀਕਲਸ ਨੇ ਉਹ ਸੇਮ ਫੇਸ ਦੇ ਵਿੱਚ ਵਾਈਬਰੇਟ ਕਰਨਗੇ। ਅਤੇ ਇਹੀ ਜਿਹੜੀ ਡੈਫੀਨੇਸ਼ਨ ਹੈ ਵੇਵ ਫਰੰਟ ਦੀ, ਕਿ ਵੇਵ ਫਰੰਟ ਇਜ਼ ਡਿਫਾਈਨਡ ਐਜ਼ ਅ ਕੰਟੀਨਿਊਸ ਲੋਕਸ ਆਫ all the particles of a medium which are vibrating in same phase, right? next ਆ ਜਾਂਦਾ ਹੈ ਕਿ ਇਸ ਦੀ ਵੇਵ ਫਰੰਟ ਦੀ ਸ਼ੇਪ ਕਿਸ ਤਰ੍ਹਾਂ ਦੀ ਹੈ। ਅਕੋਰਡਿੰਗ ਟੂ ਦੈਟ ਅਸੀਂ ਵੇਵ ਫਰੰਟਸ ਨੂੰ ਡਿਵਾਈਡ ਕੀਤਾ। ਡਿਪੈਂਡਿੰਗ ਅਪੋਨ ਦ ਸ਼ੇਪ ਆਫ ਸੋਰਸ ਆਫ ਲਾਈਟ, ਵੇਵ ਫਰੰਟ ਕੈਨ ਬੀ ਆਫ ਦ ਫੋਲੋਇੰਗ ਟਾਈਪਸ। ਸੋ ਸੋਰਸ ਆਫ ਲਾਈਟ ਦੀ ਸ਼ੇਪ ਕਹੀ ਜਿਹੀ ਹੈ ਉਸ 'ਤੇ ਡਿਪੈਂਡ ਕਰੇਗਾ ਕਿ ਵੇਵ ਫਰੰਟ ਦੀ ਸ਼ੇਪ ਕਿਸ ਤਰ੍ਹਾਂ ਦੀ ਹੈ। ਪਹਿਲਾ ਹੈ ਸਫੈਰੀਕਲ ਵੇਵ ਫਰੰਟ। ਵੈਨ ਦ ਸੋਰਸ ਆਫ ਲਾਈਟ ਏ ਪੁਆਇੰਟ ਸੋਰਸ, ਵੇਵ ਫਰੰਟ ਇਜ਼ ਅ ਸਫੀਅਰ ਵਿਦ ਸੋਰਸ ਐਟ ਦਾ ਸੈਂਟਰ। ਜੇ ਸਾਡੇ ਕੋਲ ਸੋਰਸ ਆਫ ਲਾਈਟ ਇੱਕ ਪੁਆਇੰਟ ਸੋਰਸ ਹੈ ਤਾਂ ਜਿਹੜਾ ਵੇਵ ਫਰੰਟ ਪ੍ਰੋਡਿਊਸ ਕਰੇਗਾ ਉਹ ਉਸਦੀ ਸ਼ੇਪ ਕੀ ਹੋਏਗੀ? ਸਫੈਰੀਕਲ। नेक्स्ट है सिलेंड्रिकल वेव फ्रंट। वैन सोर्स ऑफ लाइट इज़ लीनियर मतलब लाइक एग्जाम्पल जी आप लै लें स्लिट। सिलेंड्रिकल वेव फ्रंट इज़ प्रोड्यूस्ड। जे वेव फ्रंट लीनियर होएगा, स्ट्रेट होएगा, स्ट्रेट लाइन होएगी तो वेव फ्रंट किवें दा प्रोड्यूस होएगा? सिलेंड्रिकल। ऑल द पॉइंट्स विच आर इक्वी डिस्टेंट फ्रॉम लीनियर सोर्स
lie on the surface of cylinder। सो ਉਹ ਸਾਰੇ ਪੁਆਇੰਟ ਜਿਹੜੇ ਇਸ ਲੀਨੀਅਰ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਨੇ ਉਹ ਸਾਰੇ ਕੀ ਕਰਨਗੇ ਉਸ ਸਿਲੰਡਰ ਦੇ ਸਰਫੇਸ 'ਤੇ ਲਾਈ ਕਰਨਗੇ। ਥਰਡ ਹੈ ਪਲੇਨ ਵੇਵ ਫਰੰਟ, a small part of spherical or cylindrical wavefront originating from a distant source will appear plane and it is called plane wavefront। ਹੁਣ ਕਹਿੰਦੇ ਚਾਹੇ ਸਫੈਰੀਕਲ ਹੈ ਵੇਵ ਫਰੰਟ ਚਾਹੇ ਸਿਲੰਡਰੀਕਲ ਹੈ, ਬਟ ਜਿਹੜਾ ਸੋਰਸ ਇਹਨਾਂ ਨੂੰ ਪ੍ਰੋਡਿਊਸ ਕਰ ਰਿਹਾ ਜੇ ਉਹ ਬਹੁਤ ਜ਼ਿਆਦਾ ਡਿਸਟੈਂਸ 'ਤੇ ਹੈ ਤਾਂ ਸਾਨੂੰ ਜਿਹੜਾ ਉਹ ਵੇਵ ਫਰੰਟ ਪਲੇਨ ਅਪੀਅਰ ਹੋਏਗਾ। ਐਗਜ਼ਾਮਪਲ ਜਿਹੜਾ ਸਨ ਹੈ ਉਹ ਸਫੈਰੀਕਲ ਵੇਵ ਫਰੰਟ ਪ੍ਰੋਡਿਊਸ ਕਰਦਾ, ਪਰ ਉਸਦਾ ਡਿਸਟੈਂਸ ਸਾਡੇ ਤੋਂ ਬਹੁਤ ਦੂਰ ਹੈ, ਤਾਂ ਸਾਨੂੰ ਜਿਹੜਾ ਵੇਵ ਫਰੰਟ ਅਪੀਅਰ ਹੋ ਰਿਹਾ ਉਹ ਕਿਹੜੀ ਫੋਰਮ ਦੇ ਵਿੱਚ ਹੈ, ਉਹ ਪਲੇਨ ਵੇਵ ਫਰੰਟ। ਸਾਨੂੰ ਲੱਗ ਰਿਹਾ ਕਿ ਉਹ ਵੇਵ ਫਰੰਟ ਦੀ ਸ਼ੇਪ ਕੀ ਹੈ, ਉਹ ਪਲੇਨ ਹੈ, ਬਟ ਐਕਚੁਅਲ ਦੇ ਵਿੱਚ ਕੀ ਹੈ, ਉਹ ਸਫੈਰੀਕਲ ਹੈ। ਨੈਕਸਟ ਆ ਜਾਂਦਾ ਹੈ ਰੇ ਆਫ ਲਾਈਟ। ਰੇ ਆਫ ਲਾਈਟ ਨੂੰ ਕਿਵੇਂ ਅਸੀਂ ਡਿਫਾਈਨ ਕਰਾਂਗੇ? ਐਨ ਐਰੋ drawn normal to the wavefront and pointing in the direction of propagation of disturbance represents a ray of light। So ray of light is a normal to the wavefront and sometimes it is called normal। ਕਹਿੰਦਾ ਐਨ ਐਰੋ drawn normal to the wavefront। ਹੁਣ wavefront ਹੈ, ਵੇਵਫਰੰਟ ਦੇ ਉੱਪਰ ਜੇ ਅਸੀਂ ਇੱਕ ਪਰਪੈਂਡੀਕੂਲਰ ਡਰਾ ਕਰੀਏ ਜਾਂ ਤੁਸੀਂ ਕਹਿ ਲਓ ਕਿ ਨੋਰਮਲ ਡਰਾ ਕਰੀਏ ਅਤੇ ਉਸਦੀ ਡਾਇਰੈਕਸ਼ਨ ਕੀ ਹੈ, ਪੁਆਇੰਟਿੰਗ ਇਨ ਦਾ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਆਫ ਡਿਸਟਰਬੈਂਸ। ਅਤੇ ਉਸਦਾ ਜਿਹੜਾ ਐਰੋ ਹੈ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਪੁਆਇੰਟ ਕਰੇਗਾ, ਜਿਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਡਿਸਟਰਬੈਂਸ ਆ ਉਹ ਪ੍ਰੋਪੇਗੇਟ ਕਰ ਰਹੀ ਹੈ, ਉਸਨੂੰ ਅਸੀਂ ਕੀ ਕਹਾਂਗੇ, ਰੇ ਆਫ ਲਾਈਟ। ਜਾਂ ਤੁਸੀਂ ਇਸਨੂੰ ਹੋਰ ਕੀ ਕਹਿ ਸਕਦੇ ਹੋ, ਇਟ ਇਜ਼ ਅ ਨੋਰਮਲ ਟੂ ਦਾ ਵੇਵ ਫਰੰਟ and sometimes it is called the wave normal। so next ਤੁਸੀਂ ਦੇਖ ਰਹੇ ਹੋ plane wave front। dotted line ਕੀ ਸ਼ੋ ਕਰ ਰਿਹਾ ਹੈ, plane wave front ਹੈ, ਅਤੇ ਅਸੀਂ ਇਸ plane wave front 'ਤੇ ਇਹ ਬਲੂ ਕਲਰਡ ਐਰੋਜ਼ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਕੀ ਨੇ, ਅਸੀਂ ਪਰਪੈਂਡੀਕੂਲਰਸ ਡਰਾ ਕੀਤੇ ਨੇ। ਠੀਕ ਹੈ, ਪਰਪੈਂਡੀਕੂਲਰਸ ਮੀਨਸ ਅਸੀਂ ਕੀ ਡਰਾ ਕੀਤਾ ਹੈ, ਰੇ ਆਫ ਲਾਈਟ ਡਰਾ ਕੀਤੀ ਹੈ, ਅਤੇ ਜਿਹੜਾ ਇਹ ਐਰੋ ਰਿਪਰਜੈਂਟ ਕਰ ਰਿਹਾ ਇਸ ਦਾ ਮਤਲਬ ਕੀ ਹੈ ਕਿ ਜਿਹੜੀ ਫੋਰਵਰਡ ਡਾਇਰੈਕਸ਼ਨ ਦੇ ਵਿੱਚ ਐਨਰਜੀ ਜਿਹੜੀ ਆ ਉਹ ਪ੍ਰੋਪੇਗੇਟ ਕਰ ਰਹੀ ਹੈ। ਇਸੇ ਤਰ੍ਹਾਂ ਅਸੀਂ ਨੈਕਸਟ ਬਣਾਇਆ ਡਾਈਵਰਜਿੰਗ ਸਫੈਰੀਕਲ ਵੇਵ ਫਰੰਟ, ਅਤੇ ਉਸ ਤੋਂ ਅਗਲਾ ਹੈ ਕਨਵਰਜਿੰਗ ਸਫੈਰੀਕਲ ਵੇਵ ਫਰੰਟ। ਨੈਕਸਟ ਆਪਣਾ ਟॉपिक है Huygens principle। this principle tells how a wavefront is propagated further in medium। ਸੋ ਇਹ ਪ੍ਰਿੰਸੀਪਲ ਸਾਨੂੰ ਦੱਸਦਾ ਹੈ ਕਿ ਜਿਹੜੇ ਕਿਸੇ ਮੀਡੀਅਮ ਦੇ ਵਿੱਚ ਅਗਰ ਵੇਵ ਫਰੰਟ ਪ੍ਰੋਡਿਊਸ ਹੋ ਰਿਹਾ ਤਾਂ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਪ੍ਰੋਪੇਗੇਟ ਕਰੇਗਾ। ਉਸਨੂੰ ਸਮਝਣ ਵਾਸਤੇ ਆਪਾਂ ਡਾਇਗਰਾਮ ਡਰਾ ਕੀਤੀਆਂ ਨੇ ਦੋ, ਤੁਸੀਂ ਦੇਖ ਸਕਦੇ ਹੋ। ਇੱਕ ਸੋਰਸ ਲਿਆ ਐਸ ਵਿਚ ਹੈ ਸੋਰਸ ਆਫ ਡਿਸਟਰਬੈਂਸ, ਐਂਡ ਫਸਟ ਡਾਇਗਰਾਮ ਹੈ ਕਿ ਆਪਾਂ ਸਪੋਜ਼ ਕਰਕੇ ਚੱਲਦੇ ਹਾਂ ਕਿ ਸਫੈਰੀਕਲ ਵੇਵ ਫਰੰਟ ਪ੍ਰੋਡਿਊਸ ਹੋ ਰਿਹਾ ਹੈ, ਐਂਡ ਸੈਕਿੰਡ ਡਾਇਗਰਾਮ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪਲੇਨ ਵੇਵ ਫਰੰਟ ਪ੍ਰੋਡਿਊਸ ਹੋ ਰਿਹਾ। ਅਗਰ ਆਪਾਂ ਫਸਟ ਡਾਇਗਰਾਮ ਲੈ ਰਹੇ ਹਾਂ ਤਾਂ ਉਸ ਦੇ ਵਿੱਚ ਸੋਰਸ ਐਸ ਵੇਵ ਫਰੰਟ ਪ੍ਰੋਡਿਊਸ ਕਰ ਰਿਹਾ ਏ ਬੀ, ਅਤੇ ਜਿਹੜਾ ਇਹ ਏ ਬੀ ਵੇਵ ਫਰੰਟ ਹੈ ਅਸੀਂ ਇਸ ਨੂੰ ਕਹਾਂਗੇ ਪ੍ਰਾਇਮਰੀ ਵੇਵ ਫਰੰਟ, ਰਾਈਟ। ਇਸ ਪ੍ਰਾਇਮਰੀ ਵੇਵ ਫਰੰਟ ਦੇ ਉੱਪਰ ਆਪਾਂ ਕੁਛ ਨੰਬਰ ਕੰਸੀਡਰ ਕੀਤੇ ਨੇ, ਕੁਛ ਪੁਆਇੰਟਸ ਆਪਾਂ ਕੰਸੀਡਰ ਕਰ ਰਹੇ ਹਾਂ, ਮੰਨ ਲਓ 1 2 3 ਐਂਡ ਸੋ ਔਨ। ਡਾਇਗਰਾਮ ਦੇ ਵਿੱਚ ਤੁਸੀਂ 3 ਜਿਹੜੇ ਪੁਆਇੰਟਸ ਨੇ ਉਹ ਦੇਖ ਸਕਦੇ ਹੋ। ਫਸਟ ਜਿਹੜਾ ਹੁਣ ਪੁਆਇੰਟ ਹੈ ਇਸ ਹਾਈਗਨਸ ਪ੍ਰਿੰਸੀਪਲ ਦਾ, ਉਹ ਕੀ ਕਹਿ ਰਿਹਾ ਦੈਟ ਐਵਰੀ ਪੁਆਇੰਟ ਔਨ ਦਾ ਗਿਵਨ ਵੇਵ ਫਰੰਟ ਔਰ ਪ੍ਰਾਇਮਰੀ ਵੇਵ ਫਰੰਟ ਐਕਟ ਐਜ਼ ਅ ਸੋਰਸ ਆਫ ਸੈਕੰਡਰੀ ਵੇਵਲੈਟ। ਹੁਣ ਜਿਹੜੇ ਮੈਂ ਇਹ ਪ੍ਰਾਇਮਰੀ ਵੇਵ ਫਰੰਟ ਏ ਬੀ ਦੇ ਉੱਪਰ ਪੁਆਇੰਟਸ ਕੰਸੀਡਰ ਕੀਤੇ ਨੇ 1 2 3, ਜਿਹੜੇ ਇਹ 3 ਪੁਆਇੰਟਸ ਨੇ ਇਹ ਕੀ ਨੇ, ਸੋਰਸ ਆਫ ਸੈਕੰਡਰੀ ਵੇਵਲੈਟ। ਅਤੇ ਜਿਹੜਾ ਇਹ ਸੈਕੰਡਰੀ ਵੇਵਲੈਟ ਹੈ ਕਿਸ ਡਾਇਰੈਕਸ਼ਨ ਵਿੱਚ ਟਰੈਵਲ ਕਰੇਗਾ, ਵਿਚ ਟਰੈਵਲਸ ਇਨ ਆਲ ਦਾ ਡਾਇਰੈਕਸ਼ਨਸ ਵਿਦ ਦਾ velocity of light in the medium। ठीक,
तो यह जिहड़ा वेव फ्रंट है वो सारिया डायरैक्शनस दे विच ट्रैवल करेगा किस वेलोसिटी दे नाल विद द वेलोसिटी ऑफ लाइट इन द मीडियम। हुण असीं की कीता कि जिहड़े पॉइंट्स 1 2 3 कंसीडर कर रहे हैं इन्हां नूं सेंटर मन के आपां सर्कल ड्रॉ कीता। ये जिहड़े सर्कल्स ड्रॉ कीते ने इन्हां दे उपर आपां फिर टेंजेंट्स ड्रॉ कर रहे हैं। टेंजेंट्स नूं फाइनली ड्रॉ करके असीं आपस विच ज्वाइन करके कर्व ड्रॉ कर ली A1 B1 एंड A2 B2। ठीक, तो पॉइंट सेकंड की है ए सरफेस टचिंग दीज सेकेंडरी वेवलेट्स टेंजेंशियल इन फॉरवर्ड डायरेक्शन एट एनी इंस्टेंट गिव्स न्यू वेव फ्रंट एट दैट इंस्टेंट। कहता सरफेस जिहड़ा कि सेकेंडरी वेवलेट्स नूं टच करेगा। ठीक, सरफेस टचिंग द सेकेंडरी वेवलेट्स। हुण सेकेंडरी वेवलेट्स किहड़ियां ने क्योंकि पॉइंट 1 2 3 ये आप पॉइंट लेना है प्राइमरी वेव फ्रंट के उपर, तो जिहड़े प्राइमरी वेव फ्रंट के उपर पॉइंट्स ने ये किने सोर्स ऑफ सेकेंडरी वेवलेट्स। ठीक, तो सेकेंडरी वेवलेट्स असीं किहड़ियां ड्रॉ कर रहे हैं सर्कल ड्रॉ करके असीं सेकेंडरी वेवलेट्स ड्रॉ कर रहे हैं। बट हुण इन्हां दी डायरैक्शन की है उस डायरैक्शन नूं फाइंड करन वास्ते असीं इन्हां दे उपर टेंजेंट्स ड्रॉ करके कर्व्स ड्रॉ कर लियां A1 B1 एंड A2 B2। ठीक, सो सरफेस टचिंग दीज सेकेंडरी वेवलेट्स टेंजेंशियली इन फॉरवर्ड डायरैक्शन। हुण जिहड़ी फॉरवर्ड डायरैक्शन दे विच टेंजेंट्स नूं असीं कनैक्ट करके कर्व ड्रॉ कीती है A1 B1 वो सानूं की दे रही है इट गिव्स द न्यू वेव फ्रंट एट दैट इंस्टेंट। सो साडे कोल नवीं वेव फ्रंट किहड़ी है A1 एंड B1। सिमिलर असीं जिहड़ी एक्सप्लेनेशन सैकेंड डायग्राम वास्ते रख सकते हैं। हुण तुसीं कहोगे कि एक कर्व A2 B2 भी है एक A1 B1 भी है। हुण असीं हमेशा फॉरवर्ड डायरैक्शन दे विच फॉरवर्ड डायरैक्शन दे विच जिहड़ी वेवलेट होਊਗੀ उसनूं ही कंसीडर करांगे। क्यों? क्योंकि जिहड़ा एनर्जी का फ्लो हुंदा इट इज़ ऑलवेज इन दी फॉरवर्ड डायरैक्शन। बैकवर्ड डायरैक्शन दे विच एनर्जी का फ्लो नहीं हुंदा, इसलिए असीं A2 B2 वेवलेट नूं कंसीडर नहीं करांगे। राइट, तो ये वाली सारी एक्सप्लेनेशन जिहड़ी है हाइगन्स प्रिंसीपल दी इत्थे मैं लिखी हुई है। नैक्सट आ जाता है रिफ्लैक्शन ऑन द बेसिस ऑफ वेव थ्योरी। हुण तुसीं रिफ्लैक्शन एंड रिफ्रैक्शन लॉज ऑफ रिफ्लैक्शन लॉज ऑफ रिफ्रैक्शन ये तुसीं रे ऑप्टिक्स दे विच पढ़ चुके हो, बट हुण आपां इन्हां नूं वेव थ्योरी दे नाल भी एक्सप्लेन करांगे। डायग्राम दे विच तुसीं देख लो मैं लिख रही हाँ कि लैट XY बी ए प्लेन रिफ्लैक्टिंग सरफेस। मान लो कि XY एक रिफ्लैक्टिंग सरफेस है एंड AB इज़ ए प्लेन वेव फ्रंट इंसीडेंट ऑन द सरफेस। सो AB जिहड़ा है वह प्लेन वेव फ्रंट असीं डायग्राम दे विच देख सकते हो जिहड़ा कि इस रिफ्लैक्टिंग सरफेस के उपर इंसीडेंट हो रहा है। AN इज़ नॉर्मल ड्रॉन टू द रिफ्लैक्टिंग सरफेस एट पॉइंट ए पॉइंट ते AN नॉर्मल ड्रॉ किया है एंड CN डैश इज़ नॉर्मल टू द रिफ्लैक्टिंग सरफेस एट पॉइंट C पॉइंट ते एक फिर नॉर्मल ड्रॉ किया है जिसनूं असीं CN दे नाल डिनोट कर रहे हैं। लैट एंगल NA एंड स्मॉल ए डायग्राम देख लो एंगल NA इज़ इक्वल टू एंगल ऑफ इंसीडेंस जिसनूं I नाल डिनोट किया है। हुण हाइगन्स प्रिंसीपल दे अकॉर्डिंग की है दैट एवरी पॉइंट ऑन AB इज़ सोर्स ऑफ सेकेंडरी वेवलेंथ। यही जिहड़ा है हाइगन्स प्रिंसीपल सी फर्स्ट की कहंदा सी हाइगन्स प्रिंसीपल दैट एवरी पॉइंट ऑन द प्राइमरी वेव फ्रंट इज़ अ सोर्स ऑफ सेकेंडरी वेव फ्रंट। सो इत्थे AB जिहड़ा है प्राइमरी वेव फ्रंट है। सो हरेक पॉइंट इस AB वेव फ्रंट ते उस किस चीज़ का सोर्स होएगा सेकेंडरी वेवलेट का। दैट टाइम ड्यूरिंग विच वेवलेट फ्रॉम B पॉइंट रीचिज एट C रिफ्लैक्टिड वेव फ्रंट फ्रॉम A वुड रीच पॉइंट D। कहता जिन्ने टाइम दे विच वेवलेट B पॉइंट तो C पॉइंट तक आएगी उन्ने ही टाइम दे विच रिफ्लैक्टिड वेव फ्रंट A पॉइंट तो D पॉइंट वाल पहुँच जाएगी। ठीक, टाइम दोवां दा सेम है। सो T इक्वल टू BC बाय स्मॉल c इज़ इक्वल टू AD बाय स्मॉल c। सो इत्थों साडे कोल इक्वेशन आ गई BC इज़ इक्वल टू AD। सो टू फाइंड रिफ्लैक्टिड वेव फ्रंट with point A as center draw a sphere of radius AD equal to BC।
ਹੁਣ ਰਿਫਲੈਕਟਿਡ ਵੇਵ ਫਰੰਟ फाइंड करने वास्ते असी ए पॉइंट नू सेंटर मन के एक सफीयर ड्रॉ करांगे जिसका रेडियस ए डी इक्वल टू बी सी है। तो डायग्राम में देख सकते हो कि ए पॉइंट नू सेंटर मन के कर्व ड्रॉ की है मैं पेंसिल के नाल शो हो रही है डायग्राम के विच। सो यह की है एक सफीयर है जिसका रेडियस ए डी है। फ्रॉम पॉइंट डी ड्रॉ प्लेन सी डी टेंजेंट टू द सफीयर। हुण कहंदा कि डी पॉइंट ते टेंजेंट ड्रॉ करो सी डी। सो ये जिहड़े सी डी टेंजेंट टू द सफीयर है इट विल रिप्रजेंट रिफ्लैक्टिड वेव फ्रंट। सो नाउ इन ट्रायंगल ए बी सी असी ए बी सी ट्रायंगल दे विचों साइन आई कैलकुलेट किया है। सिमिलरली असी ए डी सी ट्रायंगल दे विचों साइन आर कैलकुलेट किया। सो सैकेंड इक्वेशन की आई है साडे कोल बी सी इक्वल टू ए सी साइन आई ए डी इक्वल टू ए सी साइन आर। हुण जे तुहानूं याद होवे तो आपां पिछे पढ़ के आए हैं बी सी इक्वल टू ए डी। ठीक। सो इस इक्वेशन 1 नूं असीं 3 दे विच पुट कर रहे हैं। पुट करन तो बाद साडे कोल की आ रही है इक्वेशन 4 जिहड़ी है बी सी इक्वल टू ए सी साइन आर। हुण असीं 2 एंड 4 नूं इक्वेट किया क्योंकि लैफ्ट हैंड साइड दोवां दी सेम है, राइट हैंड साइड्स नूं इक्वेट करके साडे कोल की आ गया आई इक्वल टू आर। सो इत्थों की पता चलिया एंगल ऑफ इंसीडेंस किस दे बराबर है एंगल ऑफ रिफ्लैक्शन दे, जिहड़ा कि फर्स्ट लॉ है, फर्स्ट लॉ इट्स लॉ ऑफ रिफ्लैक्शन। सेकंड लॉ ऑफ रिफ्लैक्शन की है दैट इंसिडेंट रे, रिफ्लेक्टेड रे एंड नॉर्मल दीज ऑल लाई इन द सेम प्लेन। फर्स्ट लॉ की सी दैट एंगल ऑफ इंसीडेंस इज ऑलवेज इक्वल टू एंगल ऑफ रिफ्लैक्शन, जिहड़ा कि असीं हुण प्रूव कर लिया फर्स्ट लॉ ऑफ रिफ्लैक्शन। सैकेंड लॉ प्रूव करने वास्ते असीं देख रहे हैं कि जिहड़ी इंसीडेंट रे है, रिफ्लैक्टेड रे है एंड जिहड़े असीं नॉर्मल ड्रॉ कीते ने वो सारे सेम प्लेन दे विच लाई करदे ने ते प्लेन किहड़ा है एक्स वाई। सो सैकेंड लॉ इज ऑल्सो प्रूव्ड। सो दिस इज द सैकेंड लॉ ऑफ रिफ्लैक्शन। नैक्सट है रिफ्रैक्शन ऑन द बेसिस ऑफ वेव थ्योरी। अगेन असी इत्थे जिहड़ा है तुसीं डायग्राम दे विच देख लो एक्स वाई एक प्लेन रिफ्रैक्टिंग सरफेस लै रहे हैं। पिछले आर्टिकल दे जिथे आपां कीता सी रिफ्लैक्शन ऑन द बेसिस ऑफ वेव थ्योरी उत्थे असी एक्स वाई नूं रिफ्लैक्टिंग सरफेस लिया सी। हुण असी एक्स वाई नूं रिफ्रैक्टिंग सरफेस लै रहे हैं एंड दिस एक्स वाई सरफेस इट सैपरेट्स द टू मीडिया। दो मीडियम्स नूं जिहड़ा है यह सैपरेट कर रहा है। तो एक मीडियम का रिफ्रैक्टिव इंडैक्स असी μ1 लै रहे हैं तो सैकेंड का असी μ2 लै रहे हैं एंड सपोज कर लो कि जिहड़ी लाइट है वो रेयर टू डेंसर मीडियम जा रही है। सो वेलोसिटी लाइट की होएगी इट विल बी v1 विल बी ग्रेटर दैन v2। असी मन के चल रहे हैं कि रेयर मीडियम है जिहड़ा उसका रिफ्रैक्टिव इंडैक्स μ1 है तो वेलोसिटी ऑफ लाइट इन रेयर मीडियम इज़ v1 एंड जिहड़ा अनदर मीडियम है जिस दे विच रिफ्रैक्ट हो रही है लाइट उसनूं असीं डेंसर मीडियम लै रहे हैं, रिफ्रैक्टिव इंडैक्स μ2 एंड वेलोसिटी इज़ v2 क्योंकि लाइट जिहड़ी है रेयर टू डेंसर मीडियम जा रही है। सो वेलोसिटी ऑफ लाइट इट विल बी v1 ग्रेटर दैन v2। लेट an इज़ नॉर्मल टू रिफ्रैक्टिंग सरफेस एट पॉइंट ए पॉइंट ते असीं एक नॉर्मल ड्रॉ किया एंड मान लो एंगल NAL इज़ द एंगल ऑफ इंसीडेंस। लेट प्लेन AB इज़ इंसीडेंट ऑन XY एट एन एंगल I। मान लो कि एक प्लेन AB है जिहड़ा कि XY प्लेन ते इंसीडेंट हो रहा है एट एन एंगल I। अगेन अकॉर्डिंग टू हाइगन्स प्रिंसिपल each point on wavefront is a source of secondary wavefront। सो कहता कि जिहड़ी डिस्टरबेंस है फ्रॉम पॉइंट B इंसीडेंट wavefront reaches पॉइंट C। डायग्राम दे विच तुसीं देख सकते हो कि जे पॉइंट B तो जदों वेवफ्रंट C पॉइंट ते जाएगा उन्ने ही टाइम दे विच जिन्ने टाइम दे विच जिहड़ी डिस्टरबेंस है वो B पॉइंट तो C पॉइंट दे विच जाएगी उन्ने ही टाइम दे विच जिहड़ा
ਵੇਵ ਫਰੰਟ ਹੈ ਜਿਹੜੀ ਡਿਸਟਰਬੈਂਸ ਉਹ ਪੁਆਇੰਟ A ਤੋਂ ਪੁਆਇੰਟ D ਵੱਲ ਟਰੈਵਲ ਕਰ ਜਾਏਗੀ। ਸੇਮ ਪੁਆਇੰਟ ਹੈ ਜਿਹੜਾ ਆਪਾਂ ਰਿਫਲੈਕਸ਼ਨ ਵਾਲੇ ਆਰਟੀਕਲ ਵਿੱਚ ਵੀ ਯੂਜ਼ ਕੀਤਾ। So secondary wavelet from point A on the surface will grow into the sphere of radius AD, right? So time taken from B to C is equal to time taken by wavelet from A to D. So T equal to BC by V1 is equal to AD by V2। ਇੱਥੋਂ ਅਸੀਂ ਜਿਹੜਾ ਹੈ BC by AD ਦੀ ਰੇਸ਼ੋ ਕੱਢ ਲਈ V1 by V2। ਜਿਵੇਂ ਅਸੀਂ ਪਿਛਲੇ ਆਰਟੀਕਲ ਦੇ ਵਿੱਚ ਰਿਫਲੈਕਟਿਡ ਵੇਵ ਫਰੰਟ ਫਾਈਂਡ ਆਊਟ ਕੀਤਾ ਸੀ, ਹੁਣ ਅਸੀਂ ਇੱਥੇ ਰਿਫਰੈਕਟਿਡ ਵੇਵ ਫਰੰਟ ਫਾਈਂਡ ਆਊਟ ਕਰਾਂਗੇ। ਉਸ ਵਾਸਤੇ ਅਗੇਨ ਅਸੀਂ ਪੁਆਇੰਟ A ਨੂੰ ਸੈਂਟਰ ਮੰਨ ਕੇ ਸਫੀਅਰ ਡਰਾ ਕਰਾਂਗੇ ਜਿਸ ਦਾ ਰੇਡੀਅਸ AD ਹੈ। ਤੇ ਉਹ AD ਕਿੰਨਾ ਹੈ ਤੁਸੀਂ ਇਕੁਏਸ਼ਨ 1 ਤੋਂ ਜਿਹੜਾ ਹੈ ਕੈਲਕੂਲੇਟ ਕਰ ਸਕਦੇ ਹੋ। AD ਇਕੁਅਲ ਟੂ V2 by V1 ਇੰਟੂ BC। ਸੋ ਇੱਥੇ CD ਰਿਪਰੈਜ਼ੈਂਟ ਕਰੇਗਾ ਹੁਣ ਰਿਫਰੈਕਟਿਡ ਵੇਵ ਫਰੰਟ। ਟਰਾਇੰਗਲ ABC ਦੇ ਵਿੱਚ ਅਸੀਂ ਸਾਈਨ I ਕੈਲਕੂਲੇਟ ਕੀਤਾ ਹੈ, ਟਰਾਇੰਗਲ ADC ਦੇ ਵਿੱਚ ਸਾਈਨ R ਕੈਲਕੂਲੇਟ ਕੀਤਾ। ਸੋ ਇਕੁਏਸ਼ਨ 2 ਐਂਡ 3 ਆ ਗਈਆਂ ਸਾਡੇ ਕੋਲ। ਇਕੁਏਸ਼ਨ 2 ਹੈ BC ਇਕੁਅਲ ਟੂ AC ਸਾਈਨ I ਐਂਡ AD ਇਜ਼ ਇਕੁਅਲ ਟੂ AC ਸਾਈਨ R। 2 ਐਂਡ 3 ਨੂੰ ਅਸੀਂ ਡਿਵਾਈਡ ਕੀਤਾ, ਡਿਵਾਈਡ ਕਰਕੇ ਸਾਡੇ ਕੋਲ ਕੀ ਆਇਆ BC ਬਾਈ AD ਇਜ਼ ਇਕੁਅਲ ਟੂ ਸਾਈਨ I ਬਾਈ ਸਾਈਨ R। ਹੁਣ ਇਕੁਏਸ਼ਨ 1 ਨੂੰ ਯੂਜ਼ ਕਰ ਲਓ। ਇਕੁਏਸ਼ਨ 1 ਨੂੰ ਯੂਜ਼ ਕਰਕੇ ਸਾਡੇ ਕੋਲ ਕੀ ਬਣ ਰਿਹਾ V1 ਬਾਈ V2 ਇਜ਼ ਇਕੁਅਲ ਟੂ ਸਾਈਨ I ਬਾਈ ਸਾਈਨ R ਇਕੁਅਲ ਟੂ ਮਿਊ। ਅਤੇ ਇਹੀ ਜਿਹੜਾ ਹੈ ਫਸਟ ਲਾਅ ਆਫ ਰਿਫਰੈਕਸ਼ਨ ਹੈ ਜਿਸ ਨੂੰ ਅਸੀਂ ਸਨੈਲਸ ਲਾਅ ਵੀ ਕਹਿੰਦੇ ਹਾਂ। ਸੈਕਿੰਡ ਲਾਅ ਆਫ ਰਿਫਰੈਕਸ਼ਨ ਕੀ ਹੈ that incident ray, refracted ray and normal they all lie in same plane। ਤੇ ਇੱਥੇ same plane ਕਿਹੜਾ XY। hence second law of refraction is also proved।